ਹੈਲੋ एवरीवन, ਸਤਿ ਸ਼੍ਰੀ ਅਕਾਲ ਸਭ ਨੂੰ। ਅੱਜ ਦਾ ਆਪਣਾ ਟੌਪਿਕ ਹੈ ਆਰਟੀਕਲ। ਇਹ ਬਹੁਤ ਹੀ ਈਜ਼ੀ ਟੌਪਿਕ ਹੈ ਕਹਿਣ ਨੂੰ ਤਾਂ, ਬਟ ਇਹ ਬਹੁਤ ਜਦੋਂ ਆਪਾਂ ਨੂੰ ਐਗਜ਼ਾਮ 'ਚ ਕੁਐਸਚਨ ਆਉਂਦੇ ਤਾਂ ਬਹੁਤ ਟ੍ਰਿਕੀ ਹੋ ਜਾਂਦਾ ਉਸ ਟਾਈਮ। ਮਤਲਬ ਆਪਣੇ ਕੁਐਸਚਨਸ ਇੱਦਾਂ ਕਈ ਵਾਰੀ ਪਾ ਦਿੰਦੇ ਕਿ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਅਤੇ ਉਹ ਗਲਤ ਹੋ ਜਾਂਦੇ ਨੇ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ। ਇਸਦੀ ਡੀਪਲੀ ਥੋੜ੍ਹੀ ਜਿਹੀ ਨੌਲੇਜ ਲਵਾਂਗੇ ਵੀ ਆਪਾਂ ਕਿਵੇਂ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਆਨਸਰ ਕਰ ਸਕਦੇ ਹਾਂ। ਸੋ ਪਹਿਲੀ ਗੱਲ ਇਹ ਯਾਦ ਰੱਖਣੀ ਕਿ ਜਿਹੜਾ ਆਰਟੀਕਲ ਹੈ ਉਹ ਹਮੇਸ਼ਾ ਨਾਊਨ ਤੋਂ ਪਹਿਲਾਂ ਯੂਜ਼ ਹੋਊਗਾ। ਹੁਣ ਗੱਲ ਆ ਜਾਂਦੀ ਹੈ ਨਾਊਨ ਕੀ ਹੁੰਦਾ। ਨਾਊਨ ਹੁੰਦਾ ਨੇਮ ਆਫ ਅ ਪਰਸਨ, ਥਿੰਗ, ਪਲੇਸ, ਕੁਆਲਿਟੀ ਜਾਂ ਐਕਸ਼ਨ। ਠੀਕ ਹੈ, ਮਤਲਬ ਹਿੰਦੀ 'ਚ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਪੰਜਾਬੀ 'ਚ ਲਗਾ ਲਓ ਨਾਂਵ, ਉਹ ਹੁੰਦਾ ਨਾਊਨ। ਮਤਲਬ ਹੁਣ ਜਿਹੜਾ ਨਾਊਨ ਹੈ ਉਹ ਦੋ ਪਾਰਟਸ 'ਚ ਡਿਵਾਈਡ ਹੋ ਜਾਂਦਾ ਹੈ। ਇੱਕ ਹੁੰਦਾ ਇਨਡੈਫੀਨਾਈਟ ਆਰਟੀਕਲ, ਇੱਕ ਹੁੰਦਾ ਡੈਫੀਨਾਈਟ ਆਰਟੀਕਲ। ਇਨਡੈਫੀਨਾਈਟ ਦੇ ਵਿੱਚ ਆਪਣੇ ਕੋਲ ਆਉਂਦਾ ਏ ਅਤੇ ਐਨ। ਇਸ ਦਾ ਮਤਲਬ ਹੁੰਦਾ ਇੱਕ ਸਿੰਗਲ। ਮਤਲਬ ਇਹ ਦੋਨੋਂ ਚੀਜ਼ਾਂ ਆਪਣੀ ਸਿੰਗੂਲਰ ਫੋਰਮ 'ਚ ਯੂਜ਼ ਕੀਤੀਆਂ ਜਾਣਗੀਆਂ, ਪਲੂਰਲ ਸੈਂਸ ਦੇ ਵਿੱਚ ਨਹੀਂ ਯੂਜ਼ ਹੋਣਗੇ। ਅਤੇ ਨਾ ਹੀ ਆਪਣਾ ਕਿਤੇ ਪਲੂਰਲ ਸੈਂਸ 'ਚ ਯੂਜ਼ ਹੋਊਗਾ। ਆਪਾਂ ਕਹਿ ਸਕਦੇ ਹਾਂ ਮਤਲਬ ਏ ਅਤੇ ਐਨ ਇੱਕ ਜਨਰਲ, ਜਿੱਥੇ ਸਿਰਫ ਐਨੀ A and N can be used in a sense of any। ਮਤਲਬ ਹੁਣ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, once upon a time there is a king, ਹੈ ਨਾ। ਵੀ ਇੱਕ ਸਮੇਂ ਦੀ ਗੱਲ ਹੈ ਜਿੱਥੇ ਇੱਕ ਕਿੰਗ ਸੀ। ਹੁਣ ਆਪਾਂ ਨੂੰ ਐ ਨਹੀਂ ਪਤਾ ਉਹ ਕਿਹੜਾ ਸਮੇਂ ਦੀ ਗੱਲ ਕਰ ਰਹੇ ਨੇ ਅਤੇ ਨਾ ਹੀ ਕਿਹੜੇ ਕਿੰਗ ਦੀ ਗੱਲ ਕਰ ਰਹੇ ਨੇ। ਤਾਂ ਆਪਣਾ once upon a time ਆ ਗਿਆ ਨਾ, ਅ ਟਾਈਮ ਅਤੇ ਅ ਕਿੰਗ, ਹੈ ਨਾ। ਮਤਲਬ ਨਾ ਹੀ ਆਪਾਂ ਨੂੰ ਟਾਈਮ ਦਾ ਪਤਾ ਹੈ, ਨਾ ਹੀ ਆਪਾਂ ਨੂੰ ਕਿੰਗ ਦਾ ਪਤਾ ਹੈ। ਕੋਈ ਚੀਜ਼ ਪਰਟੀਕੂਲਰਾਈਜ਼ਡ ਨਹੀਂ ਹੋ ਰਹੀ, ਇਸ ਕਰਕੇ ਆਪਾਂ ਉਸ ਜਗ੍ਹਾ 'ਤੇ ਏ ਅਤੇ ਐਨ ਯੂਜ਼ ਕੀਤੇ ਜਾਂਦੇ ਨੇ। ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਏ ਹੈ ਉਹ ਹਮੇਸ਼ਾ ਕੌਨਸੋਨੈਂਟਸ ਨਾਲ ਯੂਜ਼ ਕੀਤਾ ਜਾਂਦਾ ਹੈ, ਅਤੇ ਜਿਹੜਾ ਆਪਣਾ ਐਨ ਹੈ ਉਹ ਵੋਵਲਸ ਨਾਲ ਯੂਜ਼ ਕੀਤਾ ਜਾਂਦਾ ਹੈ। ਹੁਣ ਆਪਾਂ ਨੂੰ ਪਤਾ ਹੈ ਆਪਣੀ ਐਲਫਾਬੈਟ ਦੇ ਵਿੱਚ 26 ਲੈਟਰਸ ਨੇ, ਉਹਦੇ 'ਚ ਉਹ 5 AEIOU ਹੈ, ਅਤੇ ਜਿਹੜੇ ਰਿਮੇਨਿੰਗ 21 ਨੇ ਉਹ ਆਪਣੇ ਕੌਨਸੋਨੈਂਟਸ ਨੇ, ਜਿਵੇਂ ABCD, ਹੈ ਨਾ। ਜਿਹੜੇ ਵੀ ਆਪਣੇ ਰਹਿ ਗਏ, ਸੌਰੀ A ਨਹੀਂ BCD, ਜੋ ਵੀ ਆਪਣੇ ਰਹਿ ਗਏ ਉਹ ਆਪਣੇ ਕੌਨਸੋਨੈਂਟਸ ਨੇ। ਤਾਂ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਏ ਅਤੇ ਐਨ ਦੀ, ਵੀ ਆਪਾਂ ਉਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਤਾਂ ਆਪਣਾ ਫਸਟ ਹੈਗਾ ਡੈਸ਼ ਬੋਏ। ਇੱਥੇ ਕੀ ਆਊਗਾ ਏ ਬੋਏ। ਹੁਣ ਇੱਥੇ ਏ ਇਸ ਲਈ ਹੈ ਵੀ ਆਪਾਂ ਕਿਸੇ ਪਰਟੀਕੂਲਰ ਮੁੰਡੇ ਦੀ ਗੱਲ ਨਹੀਂ ਕਰ ਰਹੇ, ਕੋਈ ਵੀ ਬੋਏ ਹੋ ਸਕਦਾ ਹੈ ਨਾ। ਤੁਹਾਡਾ ਬ੍ਰਦਰ, ਮੇਰਾ ਬ੍ਰਦਰ, ਜਾਂ ਕੋਈ ਵੀ, ਆਪਾਂ ਇੱਕ ਬੋਏ ਕਿਹਾ ਤਾਂ ਕਰਕੇ। ਮਤਲਬ ਜੇ ਆਪਾਂ ਨੇ ਏ ਬੋਏ ਲਿਖਿਆ, ਮਤਲਬ ਇੱਥੇ ਬੀ ਹੈ, ਮਤਲਬ ਕੌਨਸੋਨੈਂਟ ਹੈ। ਤਾਂ ਆਪਾਂ ਨੂੰ ਕੀ ਕਿਹਾ ਸੀ, ਕੌਨਸੋਨੈਂਟਸ ਨਾਲ ਹਮੇਸ਼ਾ ਏ ਲੱਗਦਾ, ਵੋਵਲਸ ਨਾਲ ਹਮੇਸ਼ਾ ਆਪਾਂ ਐਨ ਯੂਜ਼ ਕਰਦੇ ਹਾਂ। ਠੀਕ ਹੈ, ਇੱਥੇ ਇਸ ਲਈ ਆਪਾਂ ਏ ਲਗਾਇਆ। ਹੁਣ ਆ ਗਈ ਗੱਲ ਅੰਬਰੇਲਾ ਦੀ। ਇੱਥੇ ਆਪਾਂ ਐਨ ਯੂਜ਼ ਕਰ ਰਹੇ ਹਾਂ ਕਿਉਂਕਿ ਇੱਥੇ ਫਸਟ ਜਿਹੜਾ ਲੈਟਰ ਹੈ ਆਪਣੇ ਕੋਲ ਯੂ ਹੈ। ਯੂ ਆਪਣਾ ਕੀ ਹੈ, ਵੋਵਲ ਹੈ, ਤਾਂ ਆਪਾਂ ਇੱਥੇ ਐਨ ਅੰਬਰੇਲਾ ਲਾਤੀ। ਹੁਣ ਨੈਕਸਟ ਆਪਣੇ ਕੋਲ ਹੈਗਾ ਇੰਕ ਪੋਟ। ਹੁਣ ਇੱਥੇ ਆਪਣੇ ਕੋਲ ਆਈ ਹੈ ਨਾ, ਤਾਂ ਇੱਥੇ ਓਬਵੀਅਸਲੀ ਐਨ ਯੂਜ਼ ਹੋਊਗਾ। ਠੀਕ ਹੈ, ਇਹ ਤਾਂ ਆਪਣੇ ਸੀਗੇ ਬੜੇ ਸਿੰਪਲ ਜੇ। ਹੁਣ ਅੱਗੇ ਆਪਣੇ ਕੋਲ ਥੋੜ੍ਹੇ ਜਿਹੇ ਟ੍ਰਿਕੀ ਆਉਣਗੇ, ਉਹਨਾਂ ਨੂੰ ਆਪਾਂ ਦੱਸਦੇ ਹਾਂ ਕਿ ਆਪਾਂ ਕਿਵੇਂ ਯੂਜ਼ ਕਰ ਸਕਦੇ। ਹੁਣ ਇੱਥੇ ਓਨੈਸਟ ਆ ਗਿਆ। ਹੁਣ ਤੁਸੀਂ ਕਹੋਗੇ ਇੱਥੇ ਐਚ ਹੈ ਤਾਂ ਏ ਲੱਗੂਗਾ, ਹੈ ਨਾ, ਬਟ ਨਹੀਂ, ਇੱਥੇ ਆਪਾਂ ਯੂਜ਼ ਕਰਾਂਗੇ ਐਨ। ਕਿਉਂਕਿ ਜਿਹੜਾ ਓਨੈਸਟ ਹੈ, ਇੱਥੇ ਐਚ ਦਾ ਜਿਹੜੀ ਮਤਲਬ ਉਹ ਹੈ ਸਾਇਲੈਂਟ ਹੈ। ਆਪਾਂ ਓਨੈਸਟ ਪੜ੍ਹਦੇ ਹਾਂ ਤਾਂ ਉਹ ਦੀ ਸਾਊਂਡ ਆ ਰਹੀ ਹੈ ਨਾ, ਅਤੇ ਉਹ ਆਪਣੇ ਕੋਲ ਕੀ ਹੈ, ਵੋਵਲ ਹੈ, ਇਸ ਲਈ ਆਪਾਂ ਇੱਥੇ ਐਨ ਯੂਜ਼ ਕੀਤਾ। ਹੁਣ ਇਹ ਤਾਂ ਸਿੰਪਲ ਹੈ, ਡ ਦੀ ਸਾਊਂਡ ਆ ਰਹੀ ਹੈ, ਡੀ ਕੀ ਹੈ, ਕੌਨਸੋਨੈਂਟ ਹੈ, ਇਸ ਲਈ ਏ ਆਊਗਾ। ਹੁਣ ਸਿਮਿਲਰਲੀ ਆਪਾਂ ਆਹ ਵਾਲਾ ਲੈਂਦੇ ਹਾਂ ਆਰ, ਹੈ ਨਾ। ਹੁਣ ਤੁਸੀਂ ਦੇਖੋਗੇ ਵੀ ਇੱਥੇ ਐਚ ਹੈ ਤਾਂ ਆਪਾਂ ਏ ਲਿਖਾਂਗੇ, ਬਟ ਇੱਥੇ ਵੀ ਐਚ ਦੀ ਸਾਊਂਡ ਸਾਇਲੈਂਟ ਹੈਗੀ। ਇੱਥੇ ਆਪਾਂ ਆਰ ਆ ਰਿਹਾ, ਆਰ ਮਤਲਬ ਠੀਕ ਹੈ ਏ ਤੋਂ, ਜਿਵੇਂ ਆਪਾਂ ਕਹਿ ਦਈਏ, ਤਾਂ ਆਪਣੇ ਇੱਥੇ ਐਨ ਲੱਗੂਗਾ। ਹੁਣ ਇੱਥੇ ਵੀ ਆਈ ਹੈ। ਹੁਣ ਤੁਸੀਂ ਦੱਸੋ, ਇੱਥੇ ਯੂਨੀਵਰਸਿਟੀ ਹੈ, ਠੀਕ ਹੈ। ਹੁਣ ਤੁਸੀਂ ਇੱਥੇ ਕਹੋਗੇ ਇੱਥੇ ਯੂ ਹੈ, ਇੱਥੇ ਆਪਾਂ ਐਨ ਯੂਜ਼ ਕਰਾਂਗੇ, ਬਟ ਨੋ, ਇੱਥੇ ਹੁਣ ਯੂ ਹੈ, य ਦੀ ਸਾਊਂਡ ਆ ਰਹੀ ਹੈ ਇੱਥੇ, ਇਸ ਲਈ ਆਪਾਂ ਇੱਥੇ ਯੂਜ਼ ਕਰਾਂਗੇ।
ਹੈਗੇ ਨੇ ਨਾ ਟ੍ਰਿਕੀ। ਜੇ ਆਪਾਂ ਨੂੰ ਆਹ ਚੀਜ਼ ਨਾ ਪਤਾ ਹੋਵੇ ਆਪਾਂ ਐਗਜ਼ਾਮਸ 'ਚ ਗਲਤ ਕਰ ਲੈਂਦੇ ਹਾਂ, ਜਿਸ ਕਰਕੇ ਆਪਣਾ 1 ਨੰਬਰ ਘੱਟ ਜਾਂਦਾ। ਹੁਣ ਡੈਸ਼ MA, ਇੱਥੇ M ਹੈ, ਤੁਸੀਂ ਕਹੋਗੇ ਇੱਥੇ ਤਾਂ ਮ ਦੀ ਹੈ ਜੀ, ਮ ਲਿਖਿਆ ਹੋਇਆ ਹੈ, ਬਟ ਨਹੀਂ, ਇੱਥੇ ਐ ਦੀ ਸਾਊਂਡ ਆ ਰਹੀ ਹੈ। ਐ ਮਤਲਬ ਇਹ ਹੈ ਨਾ, ਤਾਂ ਆਪਾਂ ਇੱਥੇ ਲਿਖਾਂਗੇ NMA। ਠੀਕ ਹੈ, ਆਪਾਂ ਇੱਦਾਂ ਕਰਦੇ ਹਾਂ। ਸੋ ਆਪਣੇ ਇਹ AN ਦਾ ਕੌਨਸੈਪਟ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਦ ਦੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਦੀ ਡੈਫੀਨਾਈਟ ਆਰਟੀਕਲ ਦੀ। ਸੋ ਸਭ ਤੋਂ ਪਹਿਲਾਂ ਆਪਾਂ ਇਹਦੀ ਪ੍ਰੋਨਾਂਸੀਏਸ਼ਨ ਦੀ ਗੱਲ ਕਰਦੇ ਹਾਂ ਵੀ ਆਪਾਂ ਇਹਨੂੰ ਪ੍ਰੋਨਾਊਂਸ ਕਿੱਦਾਂ ਕਰਦੇ ਹਾਂ, ਐਜ਼ ਅ ਦਾ ਜਾਂ ਦੀ ਕੀ ਕਿਹਾ ਜਾਂਦਾ ਹੈ ਨਾ। ਤਾਂ ਨਾ ਹੀ ਦ ਕਿਹਾ ਜਾਂਦਾ ਹੈ, ਨਾ ਹੀ ਦਾ ਕਿਹਾ ਜਾਂਦਾ ਹੈ, ਦੀ ਬੋਲਿਆ ਜਾਂਦਾ ਹੈ। ਇਹਦੀ ਸਹੀ ਪ੍ਰੋਨਾਂਸੀਏਸ਼ਨ ਦੀ ਹੈ। ਠੀਕ ਹੈ, ਸੋ ਹੁਣ ਆਪਾਂ ਇਸ ਤੇ ਆਉਂਦੇ ਹਾਂ ਟੋਪਿਕ 'ਤੇ ਕਿ ਦੀ ਹੁੰਦਾ ਕੀ ਹੈ। ਡੈਫੀਨਾਈਟ ਆਰਟੀਕਲ, ਹੁਣ ਤੁਸੀਂ ਆਪ ਦੇਖ ਸਕਦੇ ਹੋ ਵੀ ਜਿਹੜਾ ਇਹਦਾ ਡੈਫੀਨਾਈਟ ਆਰਟੀਕਲ ਹੈ ਆਪਣੇ ਆਪ 'ਚ ਇਸ ਨੂੰ ਐਕਸਪਲੇਨ ਕਰ ਰਿਹਾ। ਡੈਫੀਨਾਈਟ ਮਤਲਬ ਕੋਈ ਚੀਜ਼ ਨਿਸ਼ਚਿਤ ਹੋਣਾ, ਸਪੈਸੀਫਿਕ, यूनिक ਦੇ ਸਪੈਲਿੰਗ ਗਲਤ ਹੋ ਗਏ। ਠੀਕ ਹੈ, ਜੋ ਕਿ ਇੱਕ ਨਿਸ਼ਚਿਤ ਰੂਪ 'ਤੇ ਕਿਸੇ ਚੀਜ਼ ਨੂੰ ਐਕਸਪਲੇਨ ਕਰਦਾ ਹੋਵੇ। ਠੀਕ ਹੈ, ਤਾਂ ਆਪਾਂ ਸਭ ਤੋਂ ਪਹਿਲਾ ਰੂਲ ਆਪਣਾ ਕੀ ਹੈ ਵੀ ਜਿਹੜਾ ਦੀ ਆ ਆਪਾਂ ਨੂੰ ਕਿਸ ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਹੈ, ਉਹ ਹੈਗਾ ਕਿਸੇ ਵੀ ਯੂਨੀਕ ਥਿੰਗ ਤੋਂ। ਹਾਂ, ਪਲੀਜ਼ ਇਗਨੋਰ ਦ ਬੈਕਗਰਾਊਂਡ ਨੋਇਸਿਸ, ਜਿਵੇਂ ਕਿ ਸਨ, ਮੂਨ, ਪੋਲਰ ਸਟਾਰ, ਹੈ ਨਾ। ਇਹਨਾਂ ਦੇ ਅੱਗੇ ਆਪਾਂ ਲਗਾਉਂਦੇ ਹਾਂ ਦੀ ਸਨ, ਦੀ ਮੂਨ, ਦੀ ਪੋਲਰ ਸਟਾਰ। ਸੁਣਿਆ ਹੋਣਾ ਜਿਵੇਂ ਦੀ ਸਨ ਸ਼ਾਈਨਸ ਬ੍ਰਾਈਟਲੀ ਇਨ ਦ ਸਕਾਈ। ਹੁਣ ਦੇਖੋ, ਸਕਾਈ ਵੀ ਯੂਨੀਕ ਹੈ, ਸਨ ਵੀ ਯੂਨੀਕ ਹੈ। ਇਹਨਾਂ ਦੋਨਾਂ ਦੇ ਅੱਗੇ ਆਪਾਂ ਦੀ ਦਾ ਯੂਜ਼ ਕੀਤਾ ਹੈ। ਠੀਕ ਹੈ, ਕਿਉਂਕਿ ਇਹ ਚੀਜ਼ ਯੂਨੀਕ ਨੇ, ਸਿੰਗਲ ਨੇ। ਠੀਕ ਹੈ, ਐਂਡ ਸੈਕਿੰਡ ਰੂਲ ਕੀ ਹੈ, ਕੋਈ ਇਹੋ ਜਿਹੀ ਥਿੰਗ ਜੋ ਕਿ ਪਰਟੀਕੂਲਰਾਈਜ਼ਡ ਕੀਤੀ ਜਾਵੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਆਈ ਵਾਂਟ ਅ ਚੇਅਰ, ਮੈਨੂੰ ਇੱਕ ਚੇਅਰ ਚਾਹੀਦੀ ਹੈ, ਕੋਈ ਵੀ ਚੱਲੂਗੀ ਉਹ। ਠੀਕ ਹੈ, ਚੇਅਰ ਲੱਗ ਗਿਆ ਨਾ ਇੱਥੇ ਵੀ, ਆਪਾਂ ਨੂੰ ਸਿਰਫ ਕੋਈ ਵੀ ਚੇਅਰ ਚਾਹੀਦੀ ਹੈ। ਹੁਣ ਜੇ ਆਪਾਂ ਨੂੰ ਸਾਨੂੰ ਉਹ ਵਾਲੀ ਚੇਅਰ ਚਾਹੀਦੀ ਹੈ, ਆਈ ਵਾਂਟ ਦੈਟ ਚੇਅਰ ਵਿਚ ਇਜ਼ ਨੀਅਰ ਦ ਟੇਬਲ, ਮਤਲਬ ਪਰਟੀਕੂਲਰਾਈਜ਼ਡ ਕਰਤਾ ਨਾ ਵੀ ਟੇਬਲ ਦੇ ਕੋਲੇ ਜਿਹੜੀ ਚੇਅਰ ਪਈ ਹੈ ਮੈਨੂੰ ਉਹੀ ਵਾਲੀ ਚਾਹੀਦੀ ਹੈ। ਠੀਕ ਹੈ, ਹੁਣ ਇੱਕ ਐਗਜ਼ਾਮਪਲ ਹੋਰ ਦਿੰਦੀ ਹਾਂ ਮੈਂ, ਜਿਵੇਂ ਮੰਨ ਲਓ ਵੇਅਰ ਇਜ਼ ਦੀ ਰਿੰਗ ਵਿਚ ਆਈ ਗੇਵ ਯੂ। ਹੁਣ ਉਹਨੇ ਪੁੱਛਿਆ ਵੀ ਉਹ ਵਾਲੀ ਰਿੰਗ ਕਿੱਥੇ ਹੈ ਜੋ ਮੈਂ ਦਿੱਤੀ ਸੀ। ਜੇ ਉਹ ਪੁੱਛਦਾ ਵੇਅਰ ਇਜ਼ ਯੋਰ ਰਿੰਗ ਜਾਂ ਵੇਅਰ ਇਜ਼ ਅ ਰਿੰਗ, ਉਹ ਕੋਈ ਵੀ ਰਿੰਗ ਹੋ ਸਕਦੀ ਸੀ, ਚਾਹੇ ਗੋਲਡ ਦੀ ਹੋਵੇ, ਸਿਲਵਰ ਦੀ ਹੋਵੇ। ਠੀਕ ਹੈ, ਹੁਣ ਉਹਨੇ ਉਹ ਵਾਲੀ ਰਿੰਗ ਪੁੱਛਿਆ ਵੀ ਜਿਹੜੀ ਮੈਂ ਤੈਨੂੰ ਦਿੱਤੀ ਸੀ ਉਹ ਰਿੰਗ ਕਿੱਥੇ ਹੈ। ਠੀਕ ਹੈ, ਹਾਈਲਾਈਟ ਕਰਤਾ ਨਾ ਉਹਨੇ ਹਰ ਚੀਜ਼ ਵੀ ਜਿਹੜੀ ਮੈਂ ਦਿੱਤੀ ਸੀ ਉਹ। ਵੇਅਰ ਇਜ਼ ਯੋਰ ਪਿੰਕ ਡਰੈਸ ਵਿਚ ਆਈ ਬੋਟ ਫॉर ਯੂ, ਹੈ ਨਾ, ਜਿਹੜੀ ਮੈਂ ਤੇਰੇ ਲਈ ਖਰੀਦੀ ਸੀ ਉਹ ਵਾਲੀ ਡਰੈਸ ਕਿੱਥੇ ਹੈ, ਇੱਦਾਂ ਦਾ ਕੁਛ। ਠੀਕ ਹੈ, ਥਰਡ ਆਪਣਾ ਰੂਲ ਇਹ ਹੈ ਵੀ ਜਿਹੜਾ ਆਪਣਾ ਦੀ ਹੈ ਇਹ ਆਰਡੀਨਲ ਨੰਬਰਸ ਦੇ ਅੱਗੇ ਵੀ ਯੂਜ਼ ਹੁੰਦਾ ਹੈ, ਜਿਵੇਂ ਕਿ ਦੀ ਲਾਸਟ, ਦੀ ਫਰਸਟ, ਦੀ ਨੈਕਸਟ, ਦੀ ਪ੍ਰੀਵੀਅਸ, ਇੱਦਾਂ। ਠੀਕ ਹੈ, ਜਿਵੇਂ ਬੋਥ ਦੀ ਗਰਲਸ, ਦੋ ਚੀਜ਼ਾਂ ਹੋ ਗਈਆਂ ਨਾ, ਕਾਊਂਟੇਬਲ ਨਾਊਨ ਹੋ ਗਿਆ ਨਾ ਉਹ, ਕਾਊਂਟੇਬਲ ਦੇ ਨਾਲ। ਜਿੱਥੇ ਪਲੂਰਲ ਕਾਊਂਟੇਬਲ ਹੋਣ ਉੱਥੇ ਦੀ ਯੂਜ਼ ਹੁੰਦਾ, ਅਤੇ ਸਿੰਗੂਲਰ ਅਨਕਾਊਂਟੇਬਲ ਹੋਵੇ ਉੱਥੇ ਹੁੰਦਾ। ਓਕੇ, ਹੁਣ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਬॉयज़ ਹੂ ਆਰ ਸਿਟਿੰਗ ਔਨ ਦੀ ਲਾਸਟ ਬੈਂਚ ਆਰ ਵੈਰੀ ਫਜ਼ੀ। ਹੁਣ ਇਹਨਾਂ ਨੇ ਕੀ ਕਿਹਾ ਵੀ ਜਿਹੜੇ ਬॉयज़ ਲਾਸਟ ਬੈਂਚ 'ਤੇ ਬੈਠੇ ਨੇ ਉਹ ਬਹੁਤ ਇਰੀਟੇਟਿੰਗ ਨੇ, ਬਹੁਤ ਸ਼ਰਾਰਤੀ ਨੇ, ਬਹੁਤ ਜ਼ਿਆਦਾ ਉਧਮ ਮਚਾਉਣ ਵਾਲੇ। ਹੁਣ ਉਹਨਾਂ ਨੇ ਇਹ ਚੀਜ਼ ਦੇਖੋ, ਹੁਣ ਇੱਥੇ ਆ ਚੀਜ਼ ਵੀ ਕਵਰ ਹੋ ਰਹੀ ਹੈ
ਵੀ ਉਹਨੇ ਦੱਸਿਆ ਵੀ ਜਿਹੜੇ ਲਾਸਟ ਬੈਂਚ 'ਤੇ ਬੈਠੇ ਨੇ ਉਹ ਵਾਲੇ ਬॉयज़ ਪਰਟੀਕੂਲਰਾਈਜ਼ਡ ਕਰਤੀ ਨਾ ਚੀਜ਼, ਬॉयज़ ਦੀ ਗੱਲ ਕੀਤੀ ਬਟ ਚੀਜ਼ ਦੱਸਦੀ ਕਿ ਵੀ ਲਾਸਟ ਬੈਂਚ 'ਤੇ ਬੈਠੇ ਨੇ, ਕਿਹੜੇ ਬੈਂਚ 'ਤੇ, ਲਾਸਟ ਬੈਂਚ 'ਤੇ। ਅਤੇ ਆਰਡੀਨਲ ਨੰਬਰ ਵੀ ਆ ਗਿਆ, ਪਲੂਰਲ ਸੈਂਸ ਸੀ, ਕਾਊਂਟੇਬਲ ਸੀ, ਇਸ ਲਈ ਲਾਸਟ ਬੈਂਚ। ਅੰਡਰਸਟੂਡ। ਫੋਰਥ ਰੂਲ ਇਹ ਹੈ ਕਿ ਇਹ ਹੋਲੀ ਬੁੱਕਸ ਨਾਲ ਯੂਜ਼ ਹੁੰਦਾ, ਜਿਵੇਂ ਕਿ ਦੀ ਰਮਾਇਣਾ, ਦੀ ਬਾਈਬਲ। ਬਟ ਹੁਣ ਜੇ ਇੱਥੇ ਦੀ ਰਮਾਇਣਾ ਤਾਂ ਲਿਖਿਆ ਠੀਕ ਹੈ ਆਪਾਂ, ਬਟ ਜੇ ਇਹਦੇ ਅੱਗੇ ਇੱਕ ਕਾਮਨ ਨਾਊਨ ਆ ਜੇ, ਮਤਲਬ ਵਾਲਮੀਕਿਜ਼ ਰਮਾਇਣਾ ਆ ਜੇ, ਵਾਲਮੀਕੀ ਦਾ ਨੇਮ ਆ ਜੇ, ਉਹਨਾਂ ਨੇ ਲਿਖੀ ਹੈ ਨਾ, ਤਾਂ ਇਹ ਦ ਹਟ ਜੂਗਾ। ਜੇ ਇੱਥੇ ਉਹਨਾਂ ਨੂੰ ਮੈਂਸ਼ਨ ਕਰ ਦਿੱਤਾ ਜਾਵੇ ਵਾਲਮੀਕਿਜ਼ ਰਮਾਇਣਾ, ਤਾਂ ਆਪਣਾ ਜਿਹੜਾ ਦੀ ਹੈ ਉਹਨੂੰ ਕੱਟ ਦਿੱਤਾ ਜਾਊਗਾ। ਸੌਰੀ, ਮੈਂ ਪਿੱਛੇ ਐਗਜ਼ਾਮਪਲ ਦੇ ਵਿੱਚ ਇਹਨਾਂ ਨੂੰ ਕਾਮਨ ਨਾਊਨ ਕਹਿਤਾ ਨਾ, ਇਹ ਪ੍ਰੋਪਰ ਨਾਊਨ ਨੇ, ਕਿਉਂਕਿ ਇਹ ਮਤਲਬ ਇਹਨਾਂ ਨੇ ਇੱਕ ਸਪੈਸੀਫਿਕ ਚੀਜ਼ ਲਿਖੀ ਹੈ ਨਾ, ਇਸ ਲਈ ਆਪਾਂ ਨਾਊਨਸ ਵਾਲਾ ਕੌਨਸੈਪਟ ਨਾਊਨ ਵਾਲੇ ਚੈਪਟਰ 'ਚ ਕਲੀਅਰ ਕਰਾਂਗੇ। ਸੌਰੀ ਫॉर द ਮਿਸਟੇਕ। ਨੈਕਸਟ ਰੂਲ ਹੈ ਆਪਣੇ ਕੋਲ ਜਿਹੜਾ ਦੀ ਆਪਣਾ ਡਾਇਰੈਕਸ਼ਨਸ 'ਚ ਯੂਜ਼ ਕੀਤਾ ਜਾਂਦਾ ਹੈ। ਦੀ ਨੋਰਥ, ਦੀ ਸਾਊਥ, ਦੀ ਈਸਟ, ਹੈ ਨਾ। ਜਿਵੇਂ ਜਿਵੇਂ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ, ਦ ਸਨ ਰਾਈਜ਼ਸ ਇਨ ਦੀ ਈਸਟ। ਜਿਹੜਾ ਸਨ ਹੈ ਉਹ ਰਾਈਜ਼ ਕਰਦਾ ਈਸਟ ਤੋਂ। ਹੁਣ ਇੱਥੇ ਸਨ ਦੇ ਅੱਗੇ ਵੀ ਦੀ ਲੱਗ ਗਿਆ ਕਿਉਂਕਿ ਯੂਨੀਕ ਹੈ, ਡਾਇਰੈਕਸ਼ਨ ਦੇ ਅੱਗੇ ਵੀ ਦੀ ਲੱਗ ਗਿਆ ਕਿਉਂਕਿ ਡਾਇਰੈਕਸ਼ਨਸ ਦੇ ਨਾਲ ਲੱਗਦੀ ਹੈ। ਸੋ ਨੈਕਸਟ ਰੂਲ ਇਹ ਹੈ ਕਿ ਮਤਲਬ ਬਹੁਤ ਹੀ ਇੰਪੋਰਟੈਂਟ ਰੂਲ ਹੈ ਇਹ, ਕਿ ਜਿਹੜਾ ਆਪਣਾ ਦੀ ਯੂਜ਼ ਹੁੰਦਾ ਇਹ ਕੰਟਰੀਜ਼ ਦੇ ਨੇਮ ਦੇ ਅੱਗੇ ਨਹੀਂ ਯੂਜ਼ ਹੁੰਦਾ। ਨਹੀਂ ਯੂਜ਼ ਕਰਦੇ ਕਦੇ ਦੀ ਇੰਡੀਆ ਸੁਣਿਆ, ਦੀ ਕੈਨੇਡਾ ਸੁਣਿਆ, ਦੀ ਆਸਟ੍ਰੇਲੀਆ ਨਹੀਂ ਨਾ, ਬਟ ਕੁਝ ਕੰਟਰੀਜ਼ ਦੇ ਅੱਗੇ ਯੂਜ਼ ਹੁੰਦਾ, ਜਿਵੇਂ ਕਿ ਦੀ USA, ਦੀ USSR, ਦੀ ਨੈਦਰਲੈਂਡਸ, ਦੀ UAE। ਇਹ ਉਹ ਵਾਲੀ ਕੰਟਰੀਜ਼ ਨੇ ਜਿਹੜੀਆਂ ਕਿ ਯੂਨੀਅਨਸ ਨੇ ਸਮੋਲ ਐਂਟੀਟੀਜ਼ ਦਾ, ਜਿਨ੍ਹਾਂ ਦੇ ਵਿੱਚ ਹੀ ਹੋਰ ਵੀ ਛੋਟੇ ਛੋਟੇ ਦੇਸ਼ ਜੁੜੇ ਹੋਏ। ਸੋ ਨੈਕਸਟ ਰੂਲ ਹੈ ਕਿ ਜਿਹੜਾ ਆਪਣਾ ਦੀ ਹੈ ਇਹ ਡੈਜ਼ਿਗਨੇਸ਼ਨਸ ਦੇ ਅੱਗੇ ਵੀ ਲੱਗਦਾ, ਜਿਵੇਂ ਦੀ ਬੌਸ, ਦੀ ਟੀਚਰ, ਦੀ CM, ਦੀ ਡਾਇਰੈਕਟਰ। ਆਪਾਂ ਕਹਿ ਦਿੰਦੇ ਹਾਂ ਨਾ, ਮਾਈ ਫਰੈਂਡ ਇਜ਼ ਦੀ ਮੈਨੇਜਿੰਗ ਡਾਇਰੈਕਟਰ ਆਫ ਅ ਰੈਪਿਊਟਡ ਕੰਪਨੀ, ਹੈ ਨਾ। ਉਹ ਆਪਾਂ ਐਗਜ਼ਾਮਪਲ ਨੂੰ ਲੈ ਸਕਦੇ ਹਾਂ ਇਹਦੇ 'ਚ। ਸੋ ਨੈਕਸਟ ਕੀ ਹੈ, ਬਿਫੋਰ, ਟ੍ਰੇਨਸ, ਸ਼ਿਪਸ, ਓਸ਼ਨਸ, ਜਿਵੇਂ ਕਿ ਸ਼ਤਾਬਦੀ, ਦੀ ਸ਼ਤਾਬਦੀ ਐਕਸਪ੍ਰੈਸ, ਦੀ ਵਿਕਰਾਂਤ, ਹੈ ਨਾ। ਆਪਾਂ ਸੁਣੇ ਹੋਏ ਨੇ ਇਹ ਨੇਮਸ ਤਾਂ ਕਾਮਨ ਜੇ ਹੈ, ਜੇ ਆਪਾਂ ਕਰੰਟ ਅਫੇਅਰ ਵਗੈਰਾ ਵੀ ਰੀਡ ਕਰਦੇ ਹਾਂ, ਨਿਊਜ਼ ਵਗੈਰਾ ਦੇਖਦੇ ਹਾਂ ਉਹਦੇ 'ਚ। ਹੁਣ ਜਿਹੜਾ ਆਪਣਾ ਰੂਲ ਹੈ ਨਾ, ਇਹ ਦੇਖੋ ਆਪਣਾ ਦੀ ਇੱਥੇ ਵੀ ਯੂਜ਼ ਹੁੰਦਾ। ਮੈਂ ਪਹਿਲਾਂ ਵੀ ਦੱਸਿਆ ਸੀ, ਸਿੰਗੂਲਰ ਅਨਕਾਊਂਟੇਬਲ ਹੋਵੇ ਅਤੇ ਪਲੂਰਲ ਕਾਊਂਟੇਬਲ, ਇੱਥੇ ਆਪਾਂ ਦੀ ਯੂਜ਼ ਕਰਦੇ ਹਾਂ। ਹੁਣ ਐਗਜ਼ਾਮਪਲ ਆਪਾਂ ਜੇ ਦਈਏ, ਹੁਣ ਆਪਾਂ ਐਗਜ਼ਾਮਪਲ ਜੇ ਚੱਕੀਏ ਸਿੰਗੂਲਰ ਅਨਕਾਊਂਟੇਬਲ ਦੀ, ਦੇਖੋ ਸਿੰਗੂਲਰ ਹੈ ਵਾਟਰ ਐਂਡ ਅਨਕਾਊਂਟੇਬਲ ਵੀ ਹੈ, ਇੱਥੇ ਦੀ ਯੂਜ਼ ਹੋਇਆ ਨਾ। ਦੀ ਵਾਟਰ ਆਫ ਦਿਸ ਵੈਲ ਇਜ਼ ਵੈਰੀ ਸਵੀਟ, ਵੀ ਇਸ ਵੈਲ ਦਾ ਵਾਟਰ ਹੈ ਉਹ ਸਵੀਟ ਹੈ। ਹੁਣ ਇੱਥੇ ਵੈਲ ਦੀ ਗੱਲ ਹੋ ਗਈ ਨਾ,
एक पर्टिकुलर चीज़ की गल हुई ना भी हाँ इस वैल दा खासियत है भी इसका पानी बड़ा स्वीट है। हुण प्लूरल काउंटेबल दी जो आपां गल करिए जिवें ऑल द लैंड, हाफ ऑफ द बॉयज़, ठीक है इदां। नैक्सट रूल अपना हैगा न्यूज़पेपर दे नेम्स नाल यूज़ किया जाता है। दी हिंदुस्तान टाइम्स, दी ट्रिब्यून, ये तो बहुत ज़्यादा नॉर्मल है, सॉरी हाँ नॉर्मल ही हो गया, कैजुअल है। एक तो कदे कदे खुद ही बंदा पढ़ांदा है समझदा खुद ही कन्फ्यूज़ हो जाता है। जिवें आई रीड दी हिंदुस्तान टाइम्स। ओके, होप थोड़ा समझ आ रहा है। सो अपना नैक्सट रूल की है कि जोड़ा अपना दी है वो सुपरलेटिव डिग्री के नाल यूज़ किया जाता है। मतलब दी मोस्ट ब्यूटीफुल गर्ल, दी मोस्ट हैंडसम बॉय, दी मोस्ट इंटैलीजेंट स्टूडेंट, मतलब सब तो ज़्यादा जिदे पिछों दुनिया खत्म ऐदा लगा लो, ठीक है। हुण नैक्सट रूल की है कंपैरेटिव डिग्री च अपना यूज़ किया जाता है दी। जिवें एग्जाम्पल ला लो, द मोर वी रीड द मोर वी गेन, मतलब जिन्ना ज़्यादा आप रीड करांगे उन्ना ज़्यादा आप गेन कर रहे हैं ना। कंपैरिजन हो गया ना दो चीज़ों च, रीड ते गेन दे विच। ये दो चीज़ां जब कंपैरिजन हो रहा है तो की होया, दी यूज़ होया। दी मोर इत्थे दी मोर वी रीड दी मोर वी गेन, ठीक है। सब तो इंपॉर्टेंट चीज़ एक होर है कि जेड़ा अपना ए एन या दी ये कदे भी किसी सेइंग्स दे नाल नहीं आउंदे। कोई क्योट हुंदा जिन्हों आपां कोट भी कहने आ, ठीक है, उस चीज़ नाल आर्टिकल यूज़ नहीं किए जाते। हुण जिवें अपने विलियम शेक्सपियर दी एक सेइंग है ना, देयर इज़ नथिंग आइदर गुड और बैड बट आवर माइंड मेक्स इट सो। कुछ भी चंगा या बुरा नहीं हुंदा, ये सिर्फ अपना दिमाग बनाता है। जो चीज़ आपां नूं अच्छी नहीं लग रही आपां नूं लगदी है अपने लिए बुरी है, जो चीज़ आपां नूं अच्छी लग रही है आपां नूं लगदा अपने लिए अच्छी है, ठीक है। ये कुछ भी अच्छा या बुरा सब अपने माइंडसैट ते हुंदा है। मतलब मेरे कहने का मतलब है, मैं थोनों मतलब सेइंग्स नहीं समझा रही बट कहने का मतलब यह है भी जेडे आर्टिकल्स ने वो इन्हां दे विच नहीं यूज़ हुंदे। हुण आपां सुनिया होया ऑल दैट ग्लिटर्स इज़ नॉट गोल्ड, हर चमकदी चीज़ सोना नहीं हुंदी, है ना। एक सब तो मोस्ट कॉमन सेइंग है ऑनेस्टी इज़ द बेस्ट पॉलिसी, है ना। हुण ऑनेस्ट है, ऑनेस्टी है, ये पूरे आपां वैसे कहन नूं तां आपां एन लगाने आ बट ये सेइंग है इत्थे तां लग नहीं रहा। मतलब इन्हां चीज़ां च नो आर्टिकल हुंदा है, ये रिमेंबर याद रखनी है ये चीज़, ठीक है, हमेशा। सो इस तो बाद होप थोनों ए एंड द दा कॉन्सैप्ट समझ आ गया होवे। हुण आपां करांगे एक एक्सरसाइज, उस तो बाद मैं थोनों थोड़े करन लई एक्सरसाइज दूँगी। सो हेयर इज़ योर एक्सरसाइज जो आपां हुण डिस्कस करांगे। मतलब ये नाल थोनों थोड़ा जिहा आइडिया हो जूगा भी आपां यूज़ किवें करने सेंटेंसिस दे नाल, ठीक है। हुण देखो तुसीं देख रहे हो ही टोर अप अ स्वीट लैटर, उन्हें एक स्वीट लैटर फाड़ता। हुण तुसीं कहोगे सैकेंड वाले च तां द ला रखिया इत्थे, है ना। हुण इत्थे आपां ही टोर अप दी स्वीट लैटर विच हिज वाइफ हैड रिटन। हुण मैंने थोनों की दस्सिया सी दी उत्थे लगदा है जिथे कोई चीज़ पर्टिकुलर हो रही होवे, पर्टिकुलराइज्ड कर रही होवे। हुण सैकेंड सेंटेंस दे विच उहने स्वीट लैटर केड़ा पर्टिकुलराइज करता जेड़ा उहदी वाइफ ने लिख के दिता सी, तां आपां इत्थे दी लग्गिया। इत्थे ए इसलिए लग्गिया क्योंकि उहने सिर्फ स्वीट लैटर की गल कीती, ये तो नहीं क्या ना केड़ा वाला कोई भी हो सकता है, इसलिए। एवं थर्ड सेंटेंस है हुण दैट लेडी हु इज़ सिटिंग ऑन डैश फर्स्ट चेयर इज़ माई आंट, इत्थे आपां द, ठीक है, द दैट लेडी हु इज़ सिटिंग ऑन द फर्स्ट बेंच चेयर इज़ माई आंट। हुण मैंने की कहा सी भी दी अपना सैकेंड रूल थर्ड रूल की कहा सी ऑर्डिनल नंबर्स नाल यूज़ किया जाता है। हुण दी फर्स्ट अपने को ऑर्डिनल नंबर हो गया ना, इसलिए इत्थे दी यूज़ होया है।
ਹੁਣ ਆ ਦੇਖੋ ਆਹ ਵੀ ਇੱਕ ਰੂਲ ਹੈ ਜਿਹੜਾ 4th ਕੁਐਸਚਨ ਹੈ ਨਾ ਆਪਣਾ, ਦੀ ਪਿਆਨੋ ਇਜ਼ ਏ ਮਿਊਜ਼ੀਕਲ ਇੰਸਟਰੂਮੈਂਟ। ਹੁਣ ਆਪਾਂ ਨੂੰ ਇੱਥੇ ਤਾਂ ਪਤਾ ਹੈ ਵੀ ਏ ਕਿਉਂ ਲੱਗਿਆ, ਕਿਉਂਕਿ ਮਿਊਜ਼ੀਕਲ ਇੰਸਟਰੂਮੈਂਟ ਹੈ, ਐਮ ਹੈ, ਕੌਨਸੋਨੈਂਟ ਹੈ, ਇਸ ਲਈ ਠੀਕ ਹੈ ਮਿਊਜ਼ੀਕਲ ਮ ਤੋਂ ਸਾਊਂਡ ਪ੍ਰੋਨਾਊਂਸ ਹੋ ਰਹੀ ਹੈ ਇਸ ਲਈ ਬਟ ਜਿਹੜੇ ਇੱਕ ਮਿਊਜ਼ੀਕਲ ਇੰਸਟਰੂਮੈਂਟਸ ਹੁੰਦੇ ਨੇ ਉਹਨਾਂ ਨਾਲ ਹਮੇਸ਼ਾ ਆਪਾਂ ਦੀ ਯੂਜ਼ ਕਰਦੇ ਹਾਂ, ਜਿਵੇਂ ਹੀ ਪਲੇ ਦੀ ਪਿਆਨੋ, ਹੀ ਪਲੇਜ਼ ਦੀ ਪਿਆਨੋ, ਠੀਕ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਨਾ 4th ਕੁਐਸਚਨ ਦੀ, ਵੀ ਦੀ ਪਿਆਨੋ ਲੱਗਦਾ ਹੈ, ਦੀ ਗਿਟਾਰ ਲੱਗਦਾ ਹੈ, ਇਹ ਵੀ ਆਪਣਾ ਇੱਕ ਰੂਲ ਹੈ। ਮੈਂ ਤੁਹਾਨੂੰ ਕੀ ਕਿਹਾ ਸੀ, ਕੁਝ ਰੂਲ ਮੈਂ ਤੁਹਾਨੂੰ ਸਮਝਾਉਂਗੀ, ਕੁਝ ਆਪਣੇ ਫਿਲਅਪਸ ਦੇ ਥਰੂ ਕਵਰ ਹੋ ਜਾਣਗੇ। ਹੁਣ ਆਪਣਾ ਨੈਕਸਟ ਕੁਐਸਚਨ ਹੈ ਆਈ ਹੈਵ ਏ ਪਿਆਨੋ। ਹੁਣ ਤੁਸੀਂ ਕਹੋਗੇ ਵੀ ਇੱਥੇ ਤਾਂ ਦੀ ਲਾਇਆ ਸੀ, ਇੱਥੇ ਏ ਲਾਤਾ। ਜਦੋਂ ਆਪਾਂ ਆਈ ਨਾਲ ਕਿਸੇ ਮਿਊਜ਼ੀਕਲ ਇੰਸਟਰੂਮੈਂਟ ਦਾ ਨੂੰ ਯੂਜ਼ ਕਰਦੇ ਹਾਂ, ਉਹ ਆਪਾਂ ਨੂੰ ਕੀ ਸ਼ੋ ਕਰਦਾ, ਪੋਜੈਸ਼ਨ। ਪੋਜੈਸ਼ਨ ਦਾ ਪੁਆਇੰਟ, ਪੋਜੈਸ਼ਨ ਦਾ ਮਤਲਬ ਹੁੰਦਾ ਬਿਲੋਂਗਿੰਗ ਦਾ, ਆਪਾਂ ਨੂੰ ਉਸ ਚੀਜ਼ ਦੀ ਬਿਲੋਂਗਿੰਗ ਸ਼ੋ ਕਰਤੀ ਵੀ ਇਹ ਚੀਜ਼ ਆਪਣੇ ਕੋਲੇ ਹੈ, ਆਪਣੇ ਨਾਲ ਲਿੰਕ ਸ਼ੋ ਕਰਤਾ ਬਿਲੋਂਗਿੰਗ ਦਾ ਕਿਸੇ ਚੀਜ਼ ਦਾ, ਠੀਕ ਹੈ। ਤਾਂ ਕਰਕੇ ਆਈ ਲੱਗ ਗਿਆ ਪਿਆਨੋ, ਸੌਰੀ ਏ ਲੱਗ ਗਿਆ ਪਿਆਨੋ ਦੇ ਨਾਲ ਇੱਥੇ, ਕਿਉਂਕਿ ਪੋਜੈਸ਼ਨ ਸ਼ੋ ਹੋ ਗਈ। ਹੁਣ ਨੈਕਸਟ ਪੁਆਇੰਟ ਹੈ ਆਈ ਵੋਂਟ ਟੂ ਅਪੋਇੰਟ ਡੈਸ਼ ਅਸਿਸਟੈਂਟ। ਇਹ ਤਾਂ ਆਪਾਂ ਨੂੰ ਪਤਾ ਹੈ ਨਾ ਸਾਰਿਆਂ ਨੂੰ, ਅਸਿਸਟੈਂਟ ਹੈ, ਏ ਹੈ ਤਾਂ ਐਨ ਲੱਗੂਗਾ, ਵੋਵਲ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣਾ ਦੀ ਸਾਈਕਲ ਵਾਜ਼ ਇਨਵੈਂਟਡ ਬਾਏ ਮੈਕਮਿਲੀਅਨ। ਹੁਣ ਇਹ ਵੀ ਇੱਕ ਰੂਲ ਹੈ, ਜੋ ਵੀ ਇਨਵੈਂਸ਼ਨਸ ਨੇ ਜਾਂ ਜਿਨ੍ਹਾਂ ਨੇ ਇਨਵੈਂਸ਼ਨਸ ਕੀਤੀਆਂ ਨੇ, ਮਤਲਬ ਜੋ ਵੀ ਆਪਣੀ ਇਨ ਸ਼ੋਰਟ ਜੋ ਵੀ ਆਪਣੀ ਇਨਵੈਂਸ਼ਨਸ ਨੇ ਉਹਨਾਂ ਸਭ ਨਾਲ ਦੀ ਯੂਜ਼ ਹੁੰਦਾ ਹੈ, ਠੀਕ ਹੈ। ਹੁਣ ਦੇਖੋ ਸਿਮਿਲਰਲੀ ਜਿਵੇਂ 5th ਨਾਲ 4th ਨਾਲ 5th ਕਨੈਕਟਡ ਸੀ, ਉਵੇਂ ਹੀ 7th ਨਾਲ 8th ਕਨੈਕਟਡ ਹੈ। ਹੁਣ ਇੱਥੇ ਲੱਗੇ ਨਾ ਆਈ ਹੈਵ ਏ ਸਾਈਕਲ, ਹੁਣ ਇੱਥੇ ਪੋਜੈਸ਼ਨ ਸ਼ੋ ਹੋ ਰਹੀ ਹੈ ਤਾਂ ਕਰਕੇ ਸਾਈਕਲ ਦੇ ਨਾਲ ਏ ਯੂਜ਼ ਹੋਇਆ, ਠੀਕ ਹੈ। ਮੂਵ ਟੂ ਦ ਨੈਕਸਟ 9th ਕੁਐਸਚਨ ਹੈ ਜਿਹੜਾ ਦ ਸਨ ਸੈਟਸ ਇਨ ਦ ਈਸਟ। ਸੋ ਲੈਟਸ ਮੂਵ ਟੂ ਦ ਨੈਕਸਟ ਕੁਐਸਚਨ ਦੀ ਸਨ ਸੈਟਸ ਇਨ ਦ ਵੈਸਟ। ਹੁਣ ਇਹ ਚੀਜ਼ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਤੀ, ਯੂਨੀਕ ਚੀਜ਼ ਦੇ ਨਾਲ ਦੀ ਯੂਜ਼ ਹੁੰਦਾ, ਡਾਇਰੈਕਸ਼ਨਸ ਦੇ ਨਾਲ ਦੀ ਯੂਜ਼ ਹੁੰਦਾ, ਇਸ ਲਈ ਆਪਣਾ ਇਹਨਾਂ ਦੋਨਾਂ ਦੇ ਅੱਗੇ ਦੀ ਯੂਜ਼ ਹੁੰਦਾ, ਠੀਕ ਹੈ। ਨੈਕਸਟ ਕੁਐਸਚਨ 'ਚ ਕੀ ਹੈ, ਡੂ ਯੂ ਪਲੇ ਡੈਸ਼ ਫੁੱਟਬਾਲ। ਹੁਣ ਇੱਥੇ ਤੁਸੀਂ ਦੱਸੋ ਏ ਯੂਜ਼ ਹੋਊ, ਐਨ ਯੂਜ਼ ਹੋਊ, ਦੀ ਯੂਜ਼ ਹੋਊ ਜਾਂ ਕੋਈ ਵੀ ਆਰਟੀਕਲ ਨਹੀਂ ਯੂਜ਼ ਹੋਣਾ। ਇੱਥੇ ਕੋਈ ਵੀ ਆਰਟੀਕਲ ਨਹੀਂ ਯੂਜ਼ ਹੋਊਗਾ। ਹੁਣ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਸਿੰਗੂਲਰ ਕਾਊਂਟੇਬਲ ਹੋਵੇ ਨਾ, ਸਿੰਗੂਲਰ ਅਨਕਾਊਂਟੇਬਲ ਹੋਵੇ ਉਹਦੇ ਨਾਲ ਆਪਣਾ ਦੀ ਯੂਜ਼ ਹੁੰਦਾ, ਜੇ ਪਲੂਰਲ ਕਾਊਂਟੇਬਲ ਹੋਵੇ ਤਾਂ ਉਹਦੇ ਨਾਲ ਦੀ ਯੂਜ਼ ਹੁੰਦਾ। ਹੁਣ ਜਿਹੜਾ ਆਪਣੇ ਕੋਲ ਫੁੱਟਬਾਲ ਹੈ ਇਹ ਕਾਊਂਟੇਬਲ ਨਹੀਂ ਹੈਗੀ, ਨਾ ਹੀ ਇਹ ਪਲੂਰਲ ਹੈ, ਇਸ ਲਈ ਨਾ ਇੱਥੇ ਏ ਲੱਗੂ, ਨਾ ਐਨ ਲੱਗੂ, ਨਾ ਦੀ ਲੱਗੂ, ਇੱਥੇ ਨੋ ਆਰਟੀਕਲ ਆਊਗਾ। ਸੋ ਅੱਜ ਦਾ ਲਾਸਟ ਕੁਐਸਚਨ ਹੈਗਾ ਵਟ ਡੈਸ਼ ਬਿਊਟੀਫੁਲ ਲੇਡੀ। ਹੁਣ ਇਹ ਏ ਐਂਡ ਐਨ ਇਨਡੈਫੀਨਾਈਟ ਆਰਟੀਕਲ ਦਾ ਰੂਲ ਹੈ ਕਿ ਜਿਹੜਾ ਜਦੋਂ ਕੋਈ ਆਪਣੇ ਕੋਲ ਸੈਂਟੈਂਸ ਐਕਸਪ੍ਰੈਸ਼ਨ ਦੇ ਫਾਰਮ 'ਚ ਆਵੇ, ਮਤਲਬ ਐਕਸਕਲੇਮੇਟਰੀ ਸਾਈਨ ਦੇ ਫਾਰਮ 'ਚ ਆਵੇ, ਤਾਂ ਉੱਥੇ ਆਪਾਂ ਨੂੰ ਏ ਯੂਜ਼ ਕਰਦੇ ਹਾਂ ਆਪਾਂ ਉੱਥੇ, ਵਟ ਏ ਬਿਊਟੀਫੁਲ ਲੇਡੀ, ਠੀਕ ਹੈ। ਹੋਪ ਯੂ ਅੰਡਰਸਟੈਂਡ ਦ ਹੋਲ ਕਨਸੈਪਟ ਆਫ ਆਰਟੀਕਲਸ। ਤਾਂ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਮਵਰਕ ਲਈ ਇਹ ਕੁਝ ਕੁ ਕੁਐਸਚਨਸ ਦਊਂਗੀ, ਉਸ ਦੇ ਆਨਸਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ। ਓਕੇ, ਥੈਂਕ ਯੂ।